ਧੰਨ ਵਾਹਿਗੁਰੂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਧਨਾਸਰੀ ਮਹਲਾ ਨੌਵਾਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ। ਤੋਹੀ ਸੰਗ ਸਮਾਈ ਰਹਾਉ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜਹੁ ਭਾਈ। ਬਾਹਰ ਭੀਤਰ ਏਕੋ ਜਾਨਹੁ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਬਾਹਰ ਭੀਤਰ ਏਕੋ ਜਾਨਹੁ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭ੍ਰਮ ਕੀ ਕਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸੱਜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਮੁਬਾਰਕ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 684 ਉੱਪਰੋਂ ਰਾਗ ਧਨਾਸਰੀ ਦੇ ਵਿੱਚੋਂ ਜੋ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਹਿਲਾ ਸ਼ਬਦ ਹੈ, ਇਸ ਰਾਗ ਦੇ ਅੰਦਰ ਪਾਠ ਦੇ ਰੂਪ ਵਿੱਚ ਆਪ ਜੀ ਨੇ ਇਹ ਸ਼ਬਦ ਦਾਸ ਪਾਸੋਂ ਸ਼ਰਵਣ ਕੀਤਾ ਹੈ। ਸੰਖੇਪ ਰੂਪ ਵਿੱਚ ਇਸ ਸ਼ਬਦ ਉੱਪਰ ਮਹਾਰਾਜ ਜੀ ਨੇ ਮੰਗਲਾਚਰਨ ਦਰਜ ਕੀਤਾ ਹੈ। ਇੱਕ ਓੰਕਾਰ, ਇੱਕ ਓੰਕਾਰ ਤੋਂ ਭਾਵ ਹੈ ਉਹ ਪਰਿਪੂਰਨ ਪਰਮੇਸ਼ਰ ਅਕਾਲ ਪੁਰਖ ਇੱਕ ਬੱਝਵੀਂ ਸੱਤਾ ਹੈ। ਉਹ ਕੋਈ ਭਿੰਨ ਭਿੰਨ ਨਹੀਂ ਹੈ, ਵੱਖਰੀ ਵੱਖਰੀ ਨਹੀਂ ਹੈ, ਜੁਦਾ ਜੁਦਾ ਨਹੀਂ ਹੈ ਅਤੇ ਇੱਕ ਰਾਸ ਆਪਣੀ ਸਮੁੱਚੀ ਸਿਰਜਣਾ ਦੇ ਵਿੱਚ ਉਹ ਪਰਮੇਸ਼ਰ ਵਿਦਮਾਨ ਹੈ, ਸਮਾਇਆ ਹੋਇਆ ਹੈ। ਸਤ ਗੁਰ ਪ੍ਰਸਾਦ, ਸਤ ਸ਼ਬਦ ਤੋਂ ਭਾਵ ਹੈ ਸਦੀਵ ਕਾਲ, ਜਿਸ ਦੀ ਹੋਂਦ ਹੈ, ਜਿਸ ਦੀ ਹਸਤੀ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਸੱਚੇ ਗੁਰੂ ਦੀ ਮਿਹਰ ਦੇ ਨਾਲ ਉਸ ਪਰਮੇਸ਼ਰ ਅਕਾਲ ਪੁਰਖ ਦੀ ਸੋਝੀ ਜੀਵ ਨੂੰ ਹਾਸਲ ਹੁੰਦੀ ਹੈ। ਧਨਾਸਰੀ ਮਹੱਲਾ ਨੌਵਾਂ। ਧਨਾਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਇਸ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੁੱਲ 4 ਸ਼ਬਦ ਦਰਜ ਨੇ ਔਰ ਇਹ ਲੜੀ ਦੇ ਵਿੱਚ ਕ੍ਰਮ ਅੰਕ ਦੇ ਵਿੱਚ ਪਹਿਲਾ ਸ਼ਬਦ ਹੈ। ਇਸ ਸ਼ਬਦ ਦੇ ਰਹਾਉ ਵਾਲੇ ਬੰਦ ਵਿੱਚ ਸਤਿਗੁਰੂ ਮਹਾਰਾਜ ਨੇ ਇੱਕ ਸੰਕੇਤ ਕੀਤਾ ਹੈ। ਜਿਹੜੇ ਜੀਵ ਇਹ ਸਮਝਦੇ ਹਨ ਕਿ ਜਗ੍ਹਾ ਨੂੰ ਬਦਲ ਲੈਣ ਨਾਲ, ਥਾਂ ਨੂੰ ਬਦਲ ਲੈਣ ਨਾਲ ਆਪਣੇ ਘਰ ਪਰਿਵਾਰ, ਜ਼ਿੰਮੇਵਾਰੀਆਂ ਅਤੇ ਫਰਜ਼ਾਂ ਨੂੰ ਛੱਡ ਕੇ ਰੱਬ ਦੀ ਖੁਸ਼ੀ ਹਾਸਲ ਕਰਨ ਵਾਸਤੇ ਜੰਗਲਾਂ, ਪਹਾੜਾਂ ਜਾਂ ਤਥਾ ਕਥਿਤ ਇਕਾਂਤ ਵਿੱਚ ਜਾ ਕੇ ਉਸ ਵਾਹਿਗੁਰੂ ਦੀ ਬਖਸ਼ਿਸ਼ ਨੂੰ ਪਾਇਆ ਜਾ ਸਕਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਐਸੇ ਜੀਵਾਂ ਨੂੰ ਇਸ ਸ਼ਬਦ ਦੇ ਅੰਦਰ ਐਸੇ ਕੁਰਾਹ ਤੋਂ ਮੋੜ ਆਉਣ ਦੀ ਪ੍ਰੇਰਣਾ ਕੀਤੀ ਹੈ। ਜਦੋਂ ਅਸੀਂ ਭਾਰਤੀ ਦਰਸ਼ਨ ਨੂੰ ਪੜ੍ਹਦੇ ਹਾਂ ਤਾਂ ਭਾਰਤੀ ਦਰਸ਼ਨ ਵਿੱਚ ਜਿੱਥੇ 4 ਵਰਨਾਂ ਦਾ ਜ਼ਿਕਰ ਆਉਂਦਾ ਹੈ, ਉੱਥੇ 4 ਆਸ਼ਰਮਾਂ ਦਾ ਜ਼ਿਕਰ ਵੀ ਆਉਂਦਾ ਹੈ।
ਚਾਰ ਆਸ਼ਰਮ ਦਾ ਭਾਵ ਹੈ ਜ਼ਿੰਦਗੀ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਚਾਰ ਜ਼ਰੂਰੀ ਕਰਤੱਵ ਜਿਹੜੇ ਹਨ ਉਹ ਭਾਰਤੀ ਦਰਸ਼ਨ ਵਿੱਚ ਮਿਥੇ ਗਏ ਨੇ। ਉਹਦੇ ਵਿੱਚ ਇੱਕ ਆਸ਼ਰਮ ਹੈ, ਇੱਕ ਹਿੱਸਾ ਹੈ ਵਾਨਪ੍ਰਸਥ। ਭਾਵ ਜਦੋਂ ਤੁਸੀਂ ਆਪਣੇ ਜੀਵਨ ਦੇ ਪਰਿਵਾਰ ਦੇ ਜ਼ਰੂਰੀ ਫਰਜ਼ਾਂ ਦਾ ਨਿਰਵਾਹ ਕਰ ਲਿਆ, ਫਿਰ ਤੁਹਾਨੂੰ ਵਾਨਪ੍ਰਸਥ ਭਾਵ ਵਨਵਾਸੀ ਹੋ ਜਾਣਾ ਚਾਹੀਦਾ ਹੈ। ਸਭ ਕੁਝ ਛੱਡ ਛਡਾ ਕੇ ਤੀਰਥਾਂ 'ਤੇ ਜਾਂ ਜੰਗਲਾਂ ਵਿੱਚ ਜਾਂ ਕਿਧਰੇ ਦੂਰ ਦੁਰਾਡੇ ਸਮਾਜ ਤੋਂ ਪਰੇ ਚਲੇ ਜਾਣਾ ਚਾਹੀਦਾ ਹੈ। ਉਹ ਇਸ ਕਰਕੇ ਕਿ ਉਹ ਸਮਾਂ ਤੁਹਾਨੂੰ ਉਸ ਪਰਮੇਸ਼ਰ ਦੀ ਯਾਦ ਵਿੱਚ ਬਿਤਾਉਣਾ ਚਾਹੀਦਾ ਹੈ। ਭਗਤੀ, ਬੰਦਗੀ, ਇਬਾਦਤ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਡੇ ਜੀਵਨ ਵਿੱਚ ਕੀਤੇ ਹੋਏ ਪਾਪ ਖੰਡੇ ਜਾਣ, ਤੁਸੀਂ ਆਪਣੇ ਜੀਵਨ ਨੂੰ ਸਵਾਰ ਸਕੋ ਅਤੇ ਮੁਕਤੀ ਹਾਸਲ ਕਰ ਸਕੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮੁਬਾਰਕ ਬਾਣੀ ਨੂੰ ਜਿਸ ਵੇਲੇ ਆਪਾਂ ਪੜ੍ਹੀਏ ਤੇ ਇੱਥੇ ਸਤਿਗੁਰੂ ਮਹਾਰਾਜ ਨੇ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਇੱਥੇ ਮਹਾਰਾਜ ਨੇ ਬੰਦਗੀ ਨੂੰ, ਇਬਾਦਤ ਨੂੰ, ਭਗਤੀ ਨੂੰ, ਧਰਮ ਨੂੰ ਤੇ ਆਪਣੇ ਜੀਵਨ ਦੇ ਫਰਜ਼ਾਂ ਤੇ ਜ਼ਰੂਰਤਾਂ ਨੂੰ ਵੱਖਰਿਆਂ ਵੱਖਰਿਆਂ ਕਰਕੇ ਨਹੀਂ ਵੇਖਿਆ, ਸਗੋਂ ਇਕੱਠਿਆਂ ਕਰਕੇ ਵੇਖਿਆ। ਇੱਥੇ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਤੁਹਾਨੂੰ ਆਪਣੀ ਕਿਰਤ ਛੱਡਣ ਦੀ, ਪਰਿਵਾਰ ਛੱਡਣ ਦੀ, ਸਮਾਜ ਦੇ ਪ੍ਰਤੀ ਬਣਦੇ ਹੋਏ ਫਰਜ਼ ਛੱਡਣ ਦੀ ਜਾਂ ਇਹਨਾਂ ਤੋਂ ਦੂਰ ਚਲੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਤੁਸੀਂ ਇਹ ਸਾਰੇ ਕਾਰਜ ਕਰਤੱਵ ਨਿਭਾਉਂਦਿਆਂ ਹੋਇਆਂ ਹੀ ਉਸ ਪਰਮੇਸ਼ਰ ਮਾਲਕ ਅਕਾਲ ਪੁਰਖ ਨੂੰ ਸਮਰਪਿਤ ਹੋ ਕੇ ਜਿਹੜਾ ਜੀਵਨ ਬਤੀਤ ਕਰਦੇ ਹੋ, ਉਹੀ ਤੁਹਾਡਾ ਬੰਦਗੀ ਭਰਿਆ ਜੀਵਨ ਹੈ, ਇਬਾਦਤ ਭਰਿਆ ਜੀਵਨ ਹੈ। ਜਦੋਂ ਅਸੀਂ ਸਤਿਗੁਰੂ ਗੁਰੂ ਨਾਨਕ ਮਹਾਰਾਜ ਦਾ ਸ੍ਰੀ ਰਾਗ ਦਾ ਪਹਿਲਾ ਸ਼ਬਦ ਪੜ੍ਹਦੇ ਹਾਂ ਤਾਂ ਉਸ ਵਿੱਚ ਹੀ ਮਹਾਰਾਜ ਨੇ ਇੱਕ ਮਹਾਨ ਗੰਭੀਰ ਫਲਸਫਾ ਸੰਸਾਰ ਦੇ ਸਨਮੁਖ ਰੱਖਿਆ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਂ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਿਆਵੈ ਚਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚਿਤ ਨ ਆਵੈ ਨਾਉ। ਸਤਿਗੁਰੂ ਜੀ ਨੇ ਆਖਿਆ ਜੇ ਮੋਤੀਆਂ ਦੇ ਮਹਿਲ ਵੀ ਹੋਣ ਪਰ ਇੱਕ ਸ਼ਰਤ ਲਾਜ਼ਮੀ ਹੈ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨ ਆਵੈ ਨਾਉ। ਜੇ ਨਾ ਕੀਮਤੀ ਨਾਯਾਬ ਦਾਤਾਂ ਨੂੰ ਹੰਢਾਉਂਦਿਆਂ ਹੋਇਆਂ ਵੀ, ਮਾਣਦਿਆਂ ਹੋਇਆਂ ਵੀ, ਭਾਵੇਂ ਉਹ ਸੱਤਾ ਹੈ, ਤਾਕਤ ਹੈ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਪਰ ਇੱਕ ਸ਼ਰਤ ਪੂਰੀ ਕਰਨੀ ਲਾਜ਼ਮੀ ਹੈ, ਮਤ ਦੇਖ ਭੂਲਾਂ ਵਿਸਰੈ, ਤੇਰਾ ਚਿਤ ਨ ਆਵੈ ਨਾਉ। ਕਿ ਮਨੁੱਖ ਆਪਣਾ ਅੰਤਰ ਆਤਮਾ ਤ੍ਰਿਸ਼ਨਾ ਦੀ ਅੱਗ ਵਿੱਚ ਨਾ ਸੜਨ ਦੇਵੇ। ਧਨ ਪਦਾਰਥ ਨੂੰ ਲੈ ਕੇ ਮਨੁੱਖ ਲੋਭੀ ਤੇ ਹਿਰਸੀ ਹੋ ਕੇ ਪਰਾਇਆ ਹੱਕ ਨਾ ਖਾਵੇ, ਜ਼ੁਲਮ ਸਿਤਮ ਪਾਪ ਨਾ ਕਰੇ, ਜੋ ਕੁਝ ਕੋਲ ਹੈ ਉਸ ਦਾ ਗਰੂਰ ਤੇ ਹੰਕਾਰ ਤਿਆਗ ਦੇਵੇ, ਉਸ ਨੂੰ ਕੇਵਲ ਅਮਾਨਤ ਸਮਝ ਕੇ ਆਪਣੇ ਜੀਵਨ ਦੀ ਲੋੜ ਸਮਝ ਕੇ ਅਪਣਾਵੇ, ਬੰਧਨਾਂ ਵਿੱਚ ਨਾ ਬੱਝੇ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਫੇਰ ਜੀਵ ਦਾ ਤਿਨਕਾ ਖਾਧਾ ਪਹਿੰਦਾ ਮਾਇਆ ਸਭ ਪਵਿੱਤ ਹੈ, ਜੋ ਨਾਮ ਹਰ ਰਾਤੇ। ਉਹਨਾਂ ਦਾ ਪਹਿਨਣਾ, ਉਹਨਾਂ ਦਾ ਖਾਣਾ, ਉਹਨਾਂ ਦਾ ਘਰ, ਉਹਨਾਂ ਦੇ ਧਨ ਪਦਾਰਥ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਰਿਸ਼ਤੇ, ਉਹਨਾਂ ਦਾ ਸਭੋ ਕੁਝ ਹੀ ਪ੍ਰਵਾਨ ਹੈ ਅਤੇ ਸਤਿਗੁਰੂ ਮਹਾਰਾਜ ਆਖਦੇ ਨੇ ਪਵਿੱਤਰ ਹੈ। ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ। ਹੁਣ ਇਹ ਜਿਹੜਾ ਮਾਰਗ ਸਤਿਗੁਰੂ ਮਹਾਰਾਜ ਨੇ ਸਾਨੂੰ ਦ੍ਰਿੜ ਕਰਾਇਆ ਕਿੰਨਾ ਸੁਖੈਨ ਮਾਰਗ ਹੈ। ਇਸੇ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਗੁਰਮੁਖ ਗਾਡੀ ਰਾਹ ਚਲਾਇਆ। ਗਾਡੀ ਰਾਹ ਦਾ ਮਤਲਬ ਹੁੰਦਾ ਸੌਖਾ ਸਪਸ਼ਟ ਰਸਤਾ, ਜਿੱਥੇ ਕੋਈ ਉਲਝਣ ਨਹੀਂ, ਜਿਸ ਰਸਤੇ ਵਿੱਚ ਕੁਰਾਏ ਪੈਣ ਦਾ, ਕੁਰਾਏ ਚਲੇ ਜਾਣ ਦੀ ਕੋਈ ਸੰਭਾਵਨਾ ਨਹੀਂ। ਤੋ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਮੁਬਾਰਕ ਸ਼ਬਦ ਵਿੱਚ ਐਸੇ ਜੀਵਾਂ ਨੂੰ ਭਰਮ ਤੇ ਭੁਲੇਖੇ ਦਾ ਮਾਰਗ ਤਿਆਗ ਕੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਹਿਰਦੇ ਵਿੱਚੋਂ, ਆਪਣੇ ਵਜੂਦ ਵਿੱਚੋਂ ਵੇਖਣ ਮਾਨਣ ਦੀ ਸੋਝੀ ਪ੍ਰਦਾਨ ਕੀਤੀ ਹੈ। ਸਾਹਿਬ ਸਤਿਗੁਰੂ ਸ਼ਬਦ ਵਰਤਦੇ ਨੇ ਕਾਹੇ ਰੇ ਬਨ ਖੋਜਨ ਜਾਈ। ਕਾਹੇ ਦਾ ਮਤਲਬ ਹੈ ਕਿਉਂ, ਰੇ ਦਾ ਮਤਲਬ ਹੈ ਭਾਈ ਕਿਉਂ ਤੂੰ ਬਨ ਵਿੱਚ, ਬਨ ਦਾ ਭਾਵ ਹੈ ਜੰਗਲ, ਜੰਗਲ ਵਿੱਚ ਖੋਜਣ ਵਾਸਤੇ ਜਾਂਦਾ ਹੈ। ਹੁਣ ਜੇ ਕੋਈ ਅੱਜ ਦੇ ਦੌਰ ਵਿੱਚ ਸਾਨੂੰ ਇਹ ਗੱਲ ਆਖੇ ਵੀ ਅੱਜ ਤਾਂ ਕੋਈ ਵੀ ਬਹੁਤ ਘੱਟ ਲੋਕ ਹੋਣਗੇ ਜਿਹੜੇ ਜੰਗਲਾਂ ਪਹਾੜਾਂ ਵਿੱਚ ਰੱਬ ਨੂੰ ਲੱਭਣ ਜਾਂਦੇ ਹੋਣਗੇ, ਅਤੇ ਕੀ ਇਹ ਗੱਲ ਸਤਿਗੁਰੂ ਮਹਾਰਾਜ ਦੀ ਜੰਗਲ ਵਿੱਚ ਜੋ ਪਰਮੇਸ਼ਰ ਨੂੰ ਲੱਭਣ ਜਾ ਰਹੇ ਨੇ, ਸੱਚ ਪਾਉਣ ਜਾ ਰਹੇ ਨੇ, ਜੀਵਨ ਦਾ ਸੱਚ ਲੱਭਣ ਜਾ ਰਹੇ ਨੇ,
ਕੀ ਇਹ ਗੱਲ ਅੱਜ ਦੇ ਦੌਰ ਵਿੱਚ ਵੀ ਮਨੁੱਖ ਜੀ ਦੇ ਜੀਵਨ ਉੱਤੇ ਢੁੱਕਦੀ ਹੈ? ਤਾਂ ਸੁਭਾਵਿਕ ਹੀ ਢੁੱਕਦੀ ਹੈ। ਇੱਥੇ ਸਤਿਗੁਰੂ ਮਹਾਰਾਜ ਨੇ ਕੇਵਲ ਇਸ਼ਾਰੇ ਮਾਤਰ ਸ਼ਬਦ ਬਨ ਵਰਤਿਆ, ਪਰ ਅੱਜ ਵੀ ਅਸੀਂ ਜੀਵਨ ਦੀ ਖੁਸ਼ੀ ਲੱਭਣ ਲਈ ਜਾਂ ਮਨ ਦੀ ਸ਼ਾਂਤੀ ਜਾਂ ਸੁੱਖ ਲੱਭਣ ਲਈ ਆਪਣੇ ਦਾਇਰੇ ਤੋਂ ਦੂਰ ਭੱਜਦੇ ਹਾਂ ਅਤੇ ਦੂਰ ਜਾਂਦੇ ਹਾਂ। ਕੋਈ ਕਿਸੇ ਡੇਰੇ ਵਿੱਚ ਜਾਂਦਾ ਹੈ, ਕੋਈ ਕਿਸੇ ਆਸ਼ਰਮ ਵਿੱਚ ਜਾਂਦਾ ਹੈ, ਕੋਈ ਤੀਰਥਾਂ ਦੇ ਉੱਤੇ ਜਾਂਦਾ ਹੈ, ਅਤੇ ਕੋਈ ਵਾਸਤੂ ਸ਼ਾਸਤਰ ਦੇ ਭਰਮ ਪਾਲਦਾ ਹੈ, ਅਤੇ ਕੋਈ ਕਿਸੇ ਹੋਰ ਜਗ੍ਹਾ 'ਤੇ ਕਿਸੇ ਦੇ ਪੈਰੀਂ ਕਦਮੀ ਡੇਕ ਕੇ ਜਾਂ ਖਾਸ ਕਰਮਕਾਂਡ ਕਰਕੇ ਜਾਂ ਕੋਈ ਹੋਰ ਤੌਰ ਤਰੀਕਾ ਵਰਤ ਕੇ। ਅੱਜ ਵੀ ਸਵਾਲ ਇੱਥੇ ਬਨ ਜੰਗਲ ਦਾ ਹੀ ਨਹੀਂ, ਸਵਾਲ ਹੈ ਆਪਣੇ ਆਪ ਤੋਂ ਬੇਖਬਰ ਹੋਏ ਮਨੁੱਖ ਦਾ ਭਟਕਣਾ ਦੇ ਰਾਹ 'ਤੇ ਪੈ ਜਾਣਾ, ਭਟਕਦੇ ਰਹਿਣਾ। ਉਹ ਭਟਕਣਾ ਚਾਹੇ ਜੰਗਲ ਵੱਲ ਦੀ ਹੋਵੇ, ਚਾਹੇ ਕਿਸੇ ਹੋਰ ਜਗ੍ਹਾ ਦੀ, ਕਿਸੇ ਹੋਰ ਥਾਂ ਦੀ ਹੋਵੇ। ਮੈਂ ਕਈ ਵਾਰ ਇਹ ਜ਼ਿਕਰ ਕਰਦਾ ਹਾਂ ਕਿ ਤੁਸੀਂ ਕਦੇ ਵੇਖਣਾ, ਅਸੀਂ ਆਪਣੇ ਆਲੇ ਦੁਆਲੇ ਬਣੇ ਹੋਏ ਜਿੰਨੇ ਧਰਮ ਸਥਾਨ ਜਾਂ ਜਗ੍ਹਾ ਹੁੰਦੀਆਂ ਨੇ, ਜਾਂ ਲੋਕ ਵਿਚਾਰਵਾਨ ਹੁੰਦੇ ਨੇ ਜਾਂ ਕਿਸੇ ਵੀ ਕਿਸਮ ਦੇ, ਉਹਨਾਂ ਨੂੰ ਛੱਡ ਕੇ ਅਸੀਂ ਕੁਝ ਕਿਲੋਮੀਟਰ ਦੂਰ ਜਾਂਦੇ ਹਾਂ ਅਤੇ ਆਮ ਲੋਕਾਂ ਨੂੰ ਆਲੇ ਦੁਆਲੇ ਨੂੰ ਪ੍ਰੇਰਨਾ ਕਰਦੇ ਹਾਂ ਕਿ ਉੱਥੇ ਬੜੀ ਸ਼ਾਂਤੀ ਹੈ, ਬੜਾ ਸੁੱਖ ਹੈ, ਬੜਾ ਵਧੀਆ ਮਾਹੌਲ ਹੈ, ਬੜੇ ਗਿਆਨੀ ਪੁਰਖ ਰਹਿੰਦੇ ਨੇ, ਬੜੇ ਧਰਮੀ ਨੇ। ਅਤੇ ਦੂਸਰੇ ਲੋਕ ਸਾਡੇ ਏਰੀਏ ਦੇ ਵਿੱਚ, ਸਾਡੇ ਇਲਾਕੇ ਦੇ ਧਰਮ ਸਥਾਨਾਂ 'ਤੇ ਆ ਕੇ ਇਹ ਦਾਅਵਾ ਕਰਨਗੇ ਕਿ ਉੱਥੇ ਬਹੁਤ ਸੁੱਖ ਸ਼ਾਂਤੀ ਅਤੇ ਟਿਕਾਅ ਹੈ। ਇਸ ਦਾ ਤੱਤ ਭਾਵ ਕੀ ਹੋਇਆ ਕਿ ਲੋਕ ਸਾਡੇ ਨੇੜੇ ਆ ਰਹੇ ਨੇ, ਅਸੀਂ ਲੋਕਾਂ ਵਾਲੇ ਧਰਮ ਸਥਾਨਾਂ 'ਤੇ ਜਾਂ ਦੂਜਿਆਂ ਦੇ ਨੇੜੇ ਜਾ ਕੇ ਦਾਅਵਾ ਕਰਦੇ ਹਾਂ, ਉਹ ਸਾਡੇ ਨੇੜੇ ਆ ਕੇ ਦਾਅਵਾ ਕਰਦੇ ਨੇ। ਕਿਸੇ ਮਨੁੱਖ ਨੂੰ ਆਪਣੀ ਨਜ਼ਦੀਕੀ ਦੇ ਵਿੱਚ ਬਣੀਆਂ ਹੋਈਆਂ ਥਾਵਾਂ ਦੇ ਉੱਤੇ ਇੰਨੀ ਸ਼ਾਂਤੀ ਨਹੀਂ ਮਿਲਦੀ ਜਿੰਨੀ ਦੂਰ ਜਾ ਕੇ ਮਿਲਦੀ ਹੈ। ਤਾਂ ਉਸ ਦਾ ਮੂਲ ਕਾਰਨ ਹੈ ਵੀ ਸਾਡੇ ਜੀਵਨ ਦੇ ਵਿੱਚ ਕੁਝ ਚੀਜ਼ਾਂ ਨੇ ਜੋ ਸਾਡੀ ਭਟਕਣਾ ਦਾ ਕਾਰਨ ਨੇ, ਅਸੀਂ ਉਹਨਾਂ ਨੂੰ ਆਇਡੈਂਟੀਫਾਈ ਨਹੀਂ ਕਰਦੇ। ਉਹ ਹੈ ਸਾਡੀ ਈਰਖਾ, ਸਾਡਾ ਭੇਦਭਾਵ, ਸਾਡਾ ਹੰਕਾਰ, ਸਾਡਾ ਇੱਕ ਦੂਜੇ ਨਾਲ ਘਟੀਆ ਕਿਸਮ ਦਾ ਵਰਤਾਓ ਕਰਨਾ। ਜਦੋਂ ਅਸੀਂ ਦੂਰ ਕਿਸੇ ਜਗ੍ਹਾ 'ਤੇ ਜਾਂਦੇ, ਅਸੀਂ ਕਿਸੇ ਨੂੰ ਜਾਣਦੇ ਬੁੱਝਦੇ ਨਹੀਂ ਹੁੰਦੇ, ਇਸ ਕਰਕੇ ਸਾਡਾ ਕਿਸੇ ਨਾਲ ਮੁਕਾਬਲੇਬਾਜ਼ੀ ਨਹੀਂ ਹੁੰਦੀ, ਈਰਖਾ ਵੀ ਨਹੀਂ ਹੁੰਦੀ, ਭੇਦਭਾਵ ਵੀ ਨਹੀਂ ਹੁੰਦਾ। ਉੱਥੇ ਅਸੀਂ ਹਰ ਗੱਲ ਨੂੰ ਇੱਕ ਅਲੈਹਦਗੀ ਦੇ ਵਿੱਚ ਵੇਖਦੇ ਹਾਂ, ਤਾਂ ਉਹ ਚੀਜ਼ ਤੋਂ ਪ੍ਰਭਾਵਿਤ ਹੁੰਦੇ। ਇਹ ਵਕਤੀ ਪ੍ਰਭਾਵ ਹੈ। ਜਦੋਂ ਉੱਥੇ ਵੀ ਜਾਣ ਪਛਾਣ ਬਣ ਜਾਏ, ਅਸੀਂ ਉਹਨਾਂ ਲੋਕਾਂ ਦੇ ਵਿੱਚ ਐਡਜਸਟਮੈਂਟ ਆਪਣੀ ਕਰਨੀ ਸ਼ੁਰੂ ਕਰ ਦਈਏ, ਅਤੇ ਹੌਲੀ ਹੌਲੀ ਉੱਥੇ ਵੀ ਉਹੀ ਮਾਹੌਲ ਬਣ ਜਾਂਦਾ ਜਿਹੋ ਜਿਹਾ ਸਾਡੇ ਘਰ ਜਾਂ ਸਾਡੇ ਨੇੜੇ ਤੇੜੇ ਦੀਆਂ ਥਾਵਾਂ ਵਿੱਚ ਹੁੰਦਾ ਹੈ। ਇਸ ਦਾ ਭਾਵ ਇਹ ਹੈ ਕਿ ਅਸੀਂ ਆਪਣੇ ਮਨ ਅੰਦਰ ਝਾਤ ਮਾਰ ਕੇ ਮਨ ਦੀ ਮੈਲ ਨੂੰ ਲਾਉਣ ਦਾ ਯਤਨ ਨਹੀਂ ਕਰਦੇ। ਕੇਵਲ ਫਿਜ਼ੀਕਲੀ ਸਰੀਰਕ ਰੂਪ ਵਿੱਚ ਥਾਂ ਬਦਲ ਕੇ, ਸਰੀਰਕ ਰੂਪ ਵਿੱਚ ਕਰਮਕਾਂਡ ਕਰਕੇ, ਸਰੀਰਕ ਰੂਪ ਵਿੱਚ ਕੁਝ ਬਾਹਰੀ ਰੂਪ ਵਿੱਚ ਵਿਖਾਵੇ ਇਤਿਆਦਿਕ ਕਰਕੇ ਹੀ ਅਸੀਂ ਸਮਝਦੇ ਹਾਂ ਕਿ ਇਹੀ ਧਰਮ ਹੈ, ਇਹੀ ਬੰਦਗੀ ਹੈ, ਇਹੀ ਇਬਾਦਤ ਹੈ। ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹੇ ਭਾਈ, ਤੂੰ ਕਿਸੇ ਖਾਸ ਜਗ੍ਹਾ 'ਤੇ ਕਿਉਂ ਜਾ ਰਿਹਾ? ਤੂੰ ਕਿਸੇ ਬਨ ਜੰਗਲ ਵਿੱਚ ਕਿਉਂ ਭਟਕ ਰਿਹਾ? ਅਤੇ ਵੱਡਾ ਸਵਾਲ ਇਹ ਹੈ ਵੀ ਖੋਜਣ ਕਿਹਨੂੰ ਜਾ ਰਿਹਾ? ਕੀ ਖੋਜਣਾ ਚਾਹੁੰਦਾ ਹੈ ਤੂੰ? ਜਿਸ ਨੂੰ ਤੂੰ ਖੋਜਣਾ ਚਾਹੁੰਦਾ, ਜੀਵਨ ਦਾ ਸੱਚ ਲੱਭ ਜਾਏ, ਸਿਰਜਣਹਾਰ ਪਰਮੇਸ਼ਰ ਤੱਕ ਪਹੁੰਚ ਹੋ ਜਾਏ। ਸੰਸਾਰ ਦੇ ਹਰ ਮਜ਼ਹਬ ਨੇ ਇਸੇ ਚੀਜ਼ ਨੂੰ ਹੀ ਆਪਣਾ ਬੇਸ ਬਣਾਇਆ ਕਿ ਮਨੁੱਖ ਆਪਣੇ ਅਸਲੇ ਤੱਕ, ਆਪਣੇ ਸੱਚ ਤੱਕ, ਆਪਣੇ ਅਸਤਿਤਵ ਤੱਕ, ਆਪਣੀ ਹੋਂਦ, ਆਪਣੀ ਵਜੂਦ ਦੇ ਸਿਰਜਣਹਾਰ ਤੱਕ ਪਹੁੰਚੇ। ਪਰ ਮਹਾਰਾਜ ਕਹਿੰਦੇ ਨੇ, ਜਿਸ ਨੂੰ ਤੂੰ ਖੋਜਣ ਦੂਰ ਜਾ ਰਿਹਾ ਹੈ, ਚੇਤੇ ਵਿੱਚ ਰੱਖ, ਮੈਂ ਤੈਨੂੰ ਸਮਝਾਉਂਦਾ ਹਾਂ, ਸਰਬ ਨਿਵਾਸੀ। ਉਹ ਤਾਂ ਸਾਰੀਆਂ ਥਾਵਾਂ 'ਤੇ ਨਿਵਾਸ ਰੱਖਦਾ ਹੈ, ਉਹ ਤਾਂ ਹਰ ਜਗ੍ਹਾ ਦੇ ਉੱਤੇ ਮੌਜੂਦ ਹੈ। ਸਰਬ ਨਿਵਾਸੀ ਦਾ ਭਾਵ ਹੈ ਜੋ ਇੱਥੇ ਵੀ ਹੈ, ਉੱਥੇ ਵੀ, ਹਰ ਥਾਂ ਦੇ ਉੱਤੇ। ਭਗਤ ਰਾਮਾਨੰਦ ਸਾਹਿਬ ਜੀ ਦਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਜਿਸ ਵਿੱਚ ਉਹ ਆਖਦੇ ਨੇ, ਕਤ ਜਾਈਐ ਰੇ ਘਰ ਲਾਗੋ ਰੰਗ। ਰੰਗ ਦਾ ਮਤਲਬ ਹੈ ਮੁਹੱਬਤ, ਪ੍ਰੇਮ। ਮੈਨੂੰ ਆਪਣੇ ਹਿਰਦੇ ਵਿੱਚ ਹੀ ਉਸ ਮਾਲਕ ਰੱਬ ਦੇ ਪ੍ਰਤੀ ਪ੍ਰੇਮ ਪੈਦਾ ਹੋ ਗਿਆ, ਅਤੇ ਉਸ ਪ੍ਰੇਮ ਦਾ ਪ੍ਰਗਟਾਵਾ ਮੈਂ ਕਿਵੇਂ ਕਰਦਾ? ਹੁਣ ਸਾਨੂੰ ਕੋਈ ਪੁੱਛੇ ਤਾਂ ਅਸੀਂ ਕਹਾਂਗੇ ਵੀ ਅਸੀਂ ਰੱਬ ਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਰੱਬ ਨੂੰ ਪਿਆਰਦੇ ਹਾਂ। ਪਰ ਅਸੀਂ ਰੱਬ ਦੇ ਪਿਆਰ ਦਾ ਪ੍ਰਗਟਾਅ ਕਿਵੇਂ ਕਰਦੇ ਹਾਂ? ਉਹ ਪ੍ਰਗਟਾਅ ਹੋਣਾ ਹੈ ਉਸ ਦੀ ਖਲਕਤ ਨਾਲ, ਬਿਨਾਂ ਕਿਸੇ ਈਰਖਾ ਦੇ, ਬਿਨਾਂ ਕਿਸੇ ਭੇਦਭਾਵ ਦੇ ਵਰਤਾਰਾ ਕਰਨ ਦੇ ਨਾਲ। ਸਤਿਗੁਰੂ ਜੀ ਆਖਦੇ ਨੇ, ਕਤ ਜਾਈਐ ਰੇ, ਮੈਂ ਹੁਣ ਕਿੱਥੇ ਜਾਵਾਂ? ਭਾਵ ਮੈਂ ਹੁਣ ਕਿਤੇ ਨਹੀਂ ਭਟਕਦਾ। ਕਿਉਂ ਨਹੀਂ ਭਟਕਦਾ? ਕਿਉਂਕਿ
ਘਰ ਲਾਗੋ ਰੰਗ, ਮੇਰੇ ਹਿਰਦੇ ਵਿੱਚੋਂ ਹੀ ਮੈਨੂੰ ਪਰਮੇਸ਼ਰ ਨਾਲ ਪ੍ਰੇਮ ਜਾਗ ਪਿਆ ਹੈ। ਮੇਰਾ ਚਿੱਤ ਨਾ ਚਲੈ, ਮੇਰਾ ਅੰਤਰ ਆਤਮਾ ਹੁਣ ਭਟਕਦਾ ਨਹੀਂ। ਭਰਮ ਵਿੱਚ, ਈਰਖਾ ਵਿੱਚ, ਦਵੈਸ਼ ਵਿੱਚ, ਭੇਦ ਭਾਵ ਵਿੱਚ, ਨਫ਼ਰਤ ਵਿੱਚ, ਹੰਕਾਰ ਵਿੱਚ, ਕਿਉਂਕਿ ਚਿੱਤ ਦੇ ਭਟਕਣ ਦੇ ਵੀ ਤਾਂ ਕੁਝ ਕਾਰਨ ਹੋਣਗੇ ਨਾ। ਮਨ ਭਇਓ ਪੰਗ, ਹੁਣ ਮੇਰਾ ਮਨ ਥਾਂਏ ਟਿਕ ਗਿਆ, ਜਿਵੇਂ ਪਿੰਗਲਾ ਹੋਵੇ, ਜਿਵੇਂ ਤੋਰੀ ਨਾ ਸਕਦਾ ਹੋਵੇ, ਜਿਵੇਂ ਭਟਕੀ ਨਾ ਸਕਦਾ ਹੋਵੇ। ਭਾਵ ਇਹਦੀ ਭਟਕਣਾ ਦੇ ਕਾਰਨ ਮੁੱਕ ਗਏ। ਜਿਵੇਂ ਮਨੁੱਖ ਦੇ ਪੈਰ ਨੇ ਨਾ, ਲੱਤਾਂ ਕੰਮ ਕਰਦੀਆਂ ਨੇ ਤੇ ਦੌੜਦਾ ਹੈ, ਭੱਜਦਾ ਹੈ। ਤੇ ਜ਼ਰਾ ਸੋਚੋ, ਜੇ ਪੈਰ ਲੱਤਾਂ ਕੰਮ ਨਾ ਕਰਨ ਤੇ ਬੰਦਾ ਇੱਕ ਥਾਂ ਬੈਠਾ ਹੈ। ਮਨ ਭਇਓ ਪੰਗ ਦਾ ਮਤਲਬ ਹੈ ਮਨ ਦੀ ਭਟਕਣਾ ਦੇ ਜਿਹੜੇ ਕਾਰਨ ਸਨ, ਜਿਹੜੀ ਵਜ੍ਹਾ ਸੀ, ਉਹ ਮੁੱਕ ਗਈ। ਸਤਿਗੁਰੂ ਮਹਾਰਾਜ ਇੱਥੇ ਫਰਮਾਉਂਦੇ ਨੇ ਕਿ ਸਰਬ ਨਿਵਾਸੀ, ਇਹ ਸਮਝ ਪੈ ਗਈ ਵੀ ਉਹ ਸਾਰੀਆਂ ਥਾਵਾਂ ਦੇ ਉੱਤੇ ਹੈ, ਮੇਰੇ ਵਿੱਚ ਹੈ। ਜਿਨ੍ਹਾਂ ਨਾਲ ਮੈਂ ਭੇਦਭਾਵ ਕਰਦਾ ਉਹਨਾਂ ਵਿੱਚ ਵੀ ਹੈ। ਅਤੇ ਉਸ ਪਰਮੇਸ਼ਰ ਵਾਹਿਗੁਰੂ ਦਾ ਵੱਡਾ ਗੁਣ ਕੀ ਹੈ? ਸਦਾ ਅਲੇਪਾ, ਵੀ ਸਭਨਾਂ ਵਿੱਚ ਹੁੰਦਿਆਂ ਹੋਇਆਂ ਵੀ ਪਦਾਰਥ ਦਾ, ਪ੍ਰਕਿਰਤੀ ਦਾ ਇੱਕ ਸੁਭਾਅ ਹੁੰਦਾ ਹੈ, ਚੇਤੇ ਵਿੱਚ ਰੱਖਣਾ। ਅੱਗ ਬਲ ਰਹੀ ਹੈ, ਪਰ ਅੱਗ ਨੂੰ ਖੁਦ ਨੂੰ ਕਿਸੇ ਤਪਸ਼ ਤੋਂ ਕੋਈ ਖਤਰਾ ਨਹੀਂ। ਲੱਕੜ ਨੂੰ ਅੱਗ ਵਿੱਚ ਸੁੱਟਿਆ ਜਾਏ ਤੇ ਲੱਕੜ ਨੂੰ ਖਤਰਾ ਹੈ ਕਿ ਉਹ ਅੱਗ ਵਿੱਚ ਸੜ ਕੇ ਸੁਆਹ ਹੋ ਜਾਏਗੀ। ਮਨੁੱਖ ਦੇ ਸਰੀਰ ਨੂੰ ਅੱਗ ਲਾ ਦਿੱਤੀ ਜਾਏ ਤੇ ਸਰੀਰ ਨੂੰ ਖਤਰਾ ਹੈ ਵੀ ਉਹ ਅੱਗ 'ਚ ਸੜ ਕੇ ਸੁਆਹ ਹੋ ਜਾਏਗਾ। ਵੱਡੀਆਂ ਤੋਂ ਵੱਡੀਆਂ ਧਾਤਾਂ ਅੱਗ ਵਿੱਚ ਸੁੱਟਿਆਂ ਪਿਘਲ ਜਾਂਦੀਆਂ ਨੇ, ਪੱਥਰ ਤੱਕ ਪਿਘਲ ਜਾਂਦੇ ਨੇ, ਲੋਹਾ ਤੱਕ ਪਿਘਲ ਜਾਂਦਾ ਹੈ। ਪਰ ਕੀ ਅੱਗ ਨੂੰ ਵੀ ਕਿਸੇ ਤਪਸ਼ ਤੋਂ ਖਤਰਾ ਹੈ? ਅੱਗ ਨੂੰ ਵੀ ਕੋਈ ਚੀਜ਼ ਸਾੜ ਸਕਦੀ ਹੈ? ਬਿਲਕੁਲ ਨਹੀਂ। ਉਹਦਾ ਇੱਕ ਆਪਣਾ ਪ੍ਰਕਿਰਤਕ ਗੁਣ ਹੈ। ਇਸੇ ਲਈ ਸਾਹਿਬ ਸਤਿਗੁਰੂ ਬਾਣੀ ਵਿੱਚ ਆਖਦੇ ਨੇ, ਉਹ ਪਰਮੇਸ਼ਰ ਵਾਹਿਗੁਰੂ ਭਾਵੇਂ ਉਹਦਾ ਵਜੂਦ, ਉਹਦੀ ਹਸਤੀ, ਉਹਦੀ ਸੱਤਾ ਸੰਸਾਰ ਦੀ ਹਰ ਚੀਜ਼ ਵਿੱਚ ਹੈ, ਪਰ ਜਿਵੇਂ ਅੱਗ ਨੂੰ ਕੋਈ ਤਪਸ਼ ਨਹੀਂ ਵਿਆਪ ਸਕਦੀ, ਠੀਕ ਇਸੇ ਤਰੀਕੇ ਨਾਲ ਉਹ ਪਰਮੇਸ਼ਰ ਹਰ ਚੀਜ਼ ਵਿੱਚ ਹੋਣ ਦੇ ਬਾਵਜੂਦ ਵੀ ਰੂਪ, ਰੰਗ, ਆਕਾਰ ਉਪਜਦੇ ਹਨ, ਚੱਲਦੇ ਹਨ, ਖਤਮ ਹੁੰਦੇ ਹਨ, ਪਰ ਉਹ ਕੇਂਦਰੀ ਸੱਤਾ ਖੁਦ ਖਤਮ ਨਹੀਂ ਹੁੰਦੀ। ਅਸੀਂ ਜਦੋਂ ਜਨਮ ਲਿਆ ਤੇ ਰੱਬ ਨੇ ਸਾਡੇ ਨਾਲ ਜਨਮ ਨਹੀਂ ਲਿਆ, ਉਹ ਸਾਡੇ ਵਿੱਚ ਹੈ। ਅਸੀਂ ਸਰੀਰਕ ਤੌਰ ਦੇ ਉੱਤੇ ਵੱਡੇ ਹੋਏ, ਉਮਰ ਦਾ ਇੱਕ ਪੜਾਅ ਹੰਢਾਇਆ। ਅਸੀਂ ਕਹਿ ਸਕਦੇ ਹਾਂ ਵੀ ਮੇਰੀ ਉਮਰ ਇੰਨੀ ਹੈ ਤੇ ਮੈਂ ਇੰਨੇ ਸਾਲ ਪੁਰਾਣਾ। ਪਰ ਜੇ ਇਹ ਨੁਕਤਾ ਅਸੀਂ ਇੱਥੇ ਲਾ ਕੇ ਦੇਖੀਏ ਵੀ ਸਾਡੇ ਜੀਵਨ 'ਚ ਪਰਮੇਸ਼ਰ ਹੈ, ਕਿ ਰੱਬ ਵੀ ਸਾਡੇ ਜਿੰਨਾ ਪੁਰਾਣਾ ਹੈ, ਕਿ ਉਹ ਮੇਰੇ ਵਿੱਚ ਹੈ, ਤਾਂ ਉੱਥੇ ਇਹ ਉਦਾਹਰਣ ਉਹਦੇ ਉੱਤੇ ਫਿੱਟ ਨਹੀਂ ਹੋਏਗੀ। ਇਹ ਸਰੀਰ ਸਮਾਂ ਪਾ ਕੇ ਆਪਣਾ ਕਾਲ ਚੱਕਰ ਪੂਰਾ ਕਰਕੇ ਵਿਨਸ ਜਾਏਗਾ, ਖਤਮ ਹੋ ਜਾਏਗਾ, ਕਿ ਉਹ ਸਾਡੇ ਨਾਲ ਮਰ ਵੀ ਜਾਏਗਾ? ਨਹੀਂ, ਉਹ ਨਹੀਂ ਮਰੇਗਾ। ਠੀਕ ਉਸੇ ਤਰ੍ਹਾਂ ਜਿਵੇਂ ਅੱਗ ਨੂੰ ਕਿਸੇ ਕਿਸਮ ਦੀ ਤਪਸ਼ ਨਹੀਂ, ਇਸੇ ਤਰ੍ਹਾਂ ਪਰਮੇਸ਼ਰ ਅਕਾਲ ਪੁਰਖ ਦੀ ਆਪਣੀ ਹੋਂਦ ਨੂੰ, ਆਪਣੇ ਵਜੂਦ ਨੂੰ, ਪ੍ਰਕਿਰਤੀ ਦੇ ਗੁਣਾਂ ਦਾ ਕੋਈ ਪ੍ਰਭਾਵ ਵੀ ਛੂਹ ਨਹੀਂ ਸਕਦਾ। ਬੜੀ ਪਿਆਰੀ ਉਦਾਹਰਣ ਸਾਹਿਬ ਸਤਿਗੁਰੂ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਭਗਤ ਨਾਮਦੇਵ ਸਾਹਿਬ ਜੀ ਨੇ ਬਖਸ਼ੀ ਹੈ। ਉਹ ਕਹਿੰਦੇ ਨੇ, ਐਸੋ ਰਾਮ ਰਾਏ ਅੰਤਰ ਜਾਮੀ, ਜੈਸੇ ਦਰਪਨ ਮਾਹੇ ਬਦਨ ਪ੍ਰਵਾਨੀ, ਬਸੈ ਘਟਾ ਘਟ ਲੀਪ ਨਾ ਛੀਪੈ, ਬੰਧਨ ਮੁਕਤਾ ਜਾਤ ਨਾ ਦੀਸੈ। ਉਹ ਕਹਿੰਦੇ ਘਟ ਘਟ ਵਿੱਚ ਵੱਸਦਾ ਹੈ, ਪਰ ਉਸ ਨੂੰ ਕਿਸੇ ਚੀਜ਼ ਦਾ, ਪਾਪ ਦਾ, ਪੁੰਨ ਦਾ, ਜੰਮਣ ਦਾ, ਮਰਨ ਦਾ, ਰੋਗ ਦਾ, ਦੁੱਖ ਦਾ, ਗੁਣ ਦਾ, ਔਗਣ ਦਾ ਕੋਈ ਵੀ ਲੇਪ ਨਹੀਂ। ਇਸੇ ਨੂੰ ਕਿਹਾ ਭਗਤ ਜੀ ਨੇ ਇੱਕ ਥਾਂ 'ਤੇ, ਮਲੈ ਨਾ ਲਾਂਛੈ ਪਾਰ ਮਲੋ, ਪਰਮ ਲਿਓ ਬੈਠੋ ਰਿਆਈ। ਉਦਾਹਰਣ ਦਿੱਤੀ, ਕਹਿੰਦੇ ਆਕਾਸ਼ ਵਿੱਚ ਪੰਛੀ ਉੱਡਦਾ ਹੋਇਆ ਸਾਨੂੰ ਵਿਖਾਈ ਦਿੰਦਾ, ਪਰ ਮਗਰ ਲਕੀਰ ਨਹੀਂ ਪੈਂਦੀ। ਅਸੀਂ ਕਹਿ ਨਹੀਂ ਸਕਦੇ ਵੀ ਇੱਥੋਂ ਉੱਡ ਕੇ ਗਿਆ। ਠੀਕ ਇਸੇ ਢੰਗ ਦੇ ਨਾਲ ਉਹ ਪਰਮੇਸ਼ਰ ਸਾਡੇ ਵਿੱਚ ਹੁੰਦਿਆਂ ਹੋਇਆਂ ਵੀ ਸਾਡੇ ਗੁਣਾਂ, ਔਗਣਾਂ, ਦੋਸ਼, ਹਰ ਚੀਜ਼ ਤੋਂ ਮੁਕਤ ਹੈ। ਸਰਬ ਨਿਵਾਸੀ, ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਪਰਮੇਸ਼ਰ ਜੋ ਸਭਨਾਂ ਵਿੱਚ ਵਿਆਪਕ ਹੈ ਅਤੇ ਸਦਾ ਅਲੇਪ, ਨਿਰਲੇਪ ਹੈ। ਇਹ ਭਾਈ, ਉਹ ਤੇਰੇ ਨਾਲ ਵੱਸਦਾ ਹੈ। ਤੇਰੇ ਵਜੂਦ ਵਿੱਚ ਉਸ ਪਰਮੇਸ਼ਰ ਵਾਹਿਗੁਰੂ ਦੀ ਸੱਤਾ ਹੈ। ਸਭ ਮਹਿ ਜੋਤ, ਜੋਤ ਹੈ ਸੋਇ।
ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਤੇਰੀ ਜ਼ਿੰਦਗੀ ਇਹ ਜਿਹੜੀ ਖਿੜੀ ਹੋਈ ਹੈ, ਤੇਰਾ ਮੂੜ, ਤੇਰਾ ਬੇਸ, ਤੇਰਾ ਆਧਾਰ ਉਹ ਹੈ। ਇਸੇ ਲਈ ਸਾਹਿਬ ਸਤਿਗੁਰੂ ਆਖਦੇ ਨੇ, ਹੁਣ ਉਦਾਹਰਣ ਦਿੰਦੇ ਨੇ ਵੀ ਕਿਵੇਂ, ਕਹਿੰਦੇ ਨੇ ਪੋਹ ਪਮੱਧ ਜਿਉਂ ਬਾਸ ਬਸਤ ਹੈ। ਤੂੰ ਇੱਕ ਫੁੱਲਾਂ ਦੇ ਬੂਟੇ ਕੋਲ ਜਾ ਕੇ ਵੇਖ, ਉਸ ਨੂੰ ਜਿੱਥੇ ਫੁੱਲ ਲੱਗੇ ਹੋਏ ਨੇ, ਹੁਣ ਫੁੱਲ ਦਾ ਰੂਪ ਵੀ ਹੈ, ਰੰਗ ਵੀ ਹੈ, ਆਕਾਰ ਵੀ ਹੈ। ਅਸੀਂ ਦੂਰ ਦੀ ਗੁਜ਼ਰ ਰਹੇ ਹੋਈਏ ਅਤੇ ਫੁੱਲਾਂ ਦੀ ਸੁਗੰਧੀ ਸਾਡੇ ਨੱਕ ਤੱਕ ਪਹੁੰਚਦੀ ਹੈ ਅਤੇ ਅਸੀਂ ਅੰਦਾਜ਼ਾ ਲਾਉਂਦੇ ਵੀ ਇੱਥੇ ਲਾਗੇ ਕੋਈ ਫੁੱਲਾਂ ਦੀ ਬਗੀਚੀ ਹੈ, ਫੁਲਵਾੜੀ ਹੈ। ਹੁਣ ਸੁਗੰਧੀ ਨੂੰ ਅਸੀਂ ਮਾਣਦੇ ਹਾਂ, ਸੁਗੰਧੀ ਨੂੰ ਅਸੀਂ ਅਨੁਭਵ ਕਰਦੇ ਹਾਂ, ਫੀਲ ਕਰਦੇ ਹਾਂ, ਪਰ ਉਹ ਸੁਗੰਧੀ ਸਾਨੂੰ ਕਦੇ ਨਜ਼ਰ ਆਉਂਦੀ ਹੈ ਕਿ ਸੁਗੰਧੀ ਦਾ ਰੂਪ ਕੀ ਹੈ, ਰੰਗ ਕੀ ਹੈ, ਆਕਾਰ ਕੀ ਹੈ? ਨਹੀਂ, ਉਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ। ਹਾਂ, ਜਿਸ ਫੁੱਲ ਵਿੱਚੋਂ ਸੁਗੰਧੀ ਆ ਰਹੀ, ਉਸ ਫੁੱਲ ਨੂੰ ਵੇਖਿਆ ਵੀ ਜਾ ਸਕਦਾ, ਛੋਹਿਆ ਵੀ ਜਾ ਸਕਦਾ, ਹੱਥ ਨਾਲ ਸਪਰਸ਼ ਕੀਤਾ ਜਾ ਸਕਦਾ, ਉਹ ਵਿਖਾਈ ਵੀ ਦਿੰਦਾ, ਉਹਦਾ ਰੂਪ ਵੀ ਹੈ, ਰੰਗ ਵੀ ਹੈ, ਆਕਾਰ ਵੀ ਹੈ, ਪਰ ਉਸ ਦੀ ਸੁਗੰਧੀ ਨਾ ਰੂਪ, ਨਾ ਰੰਗ, ਨਾ ਆਕਾਰ ਦੇ ਦਾਇਰੇ 'ਚ ਆਉਂਦੀ ਫਿਰ ਵੀ ਹੈ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਵੀ ਸਮਝੋ, ਇਹ ਜਿਤਨੀ ਵੀ ਕੁਦਰਤ ਹੈ, ਇਹ ਇੱਕ ਫੁੱਲ ਦੀ ਨਿਆਈ ਹੈ। ਇਹਦਾ ਰੂਪ, ਰੰਗ, ਆਕਾਰ ਵੀ ਹੈ, ਜਿੰਨੇ ਅਸੀਂ ਜੋ ਕੁਝ ਤੱਕ ਰਹੇ ਹਾਂ, ਪਰ ਇਸ ਵਿਚਲੀ ਜਿਹੜੀ ਸੱਤਾ ਉਸ ਨੂੰ ਕੇਵਲ ਮਹਿਸੂਸ ਕੀਤਾ ਜਾ ਸਕਦਾ। ਉਹਦਾ ਰੂਪ, ਰੰਗ, ਆਕਾਰ ਕੁਝ ਨਹੀਂ। ਉਹ ਵਿਖਾਈ ਨਾ ਦੇ ਕੇ, ਸਪਰਸ਼ ਨਾ ਹੋ ਕੇ, ਰੂਪ, ਰੰਗ, ਆਕਾਰ ਤੋਂ ਭਿੰਨ ਹੋ ਕੇ ਵੀ ਉਹ ਹੈ, ਉਹਦੇ ਵਿੱਚੋਂ ਹੀ ਆਕਾਰ ਉਪਜਦੇ ਹਨ। ਇਸ ਵਾਸਤੇ ਸਤਿਗੁਰੂ ਆਖਦੇ ਨੇ ਪੋਹ ਪਮੱਧ ਜਿਉਂ ਬਾਸ ਬਸ, ਜਿਵੇਂ ਫੁੱਲ ਵਿੱਚ ਸੁਗੰਧੀ ਵਸਦੀ ਹੈ। ਅਤੇ ਅਗਲਾ ਸ਼ਬਦ ਵਰਤਿਆ ਮੁਕਰ ਮਾਹੇ ਜੈਸੇ ਛਾਈ। ਮੁਕਰ ਕਹਿੰਦੇ ਹਨ ਸ਼ੀਸ਼ੇ ਨੂੰ, ਦਰਪਣ ਨੂੰ। ਅਸੀਂ ਜਿਸ ਵੇਲੇ ਸ਼ੀਸ਼ੇ ਦੇ ਸਾਹਮਣੇ ਖਲੋਂਦੇ ਹਾਂ ਅਤੇ ਸਾਡਾ ਪ੍ਰਤੀਬਿੰਬ ਜਿਹੜਾ ਉਹ ਸ਼ੀਸ਼ੇ ਦੇ ਵਿੱਚੋਂ ਸਾਨੂੰ ਵਿਖਾਈ ਦਿੰਦਾ, ਪਰ ਅਸੀਂ ਉਸ ਸ਼ੀਸ਼ੇ ਦੇ ਕੈਦ ਵਿੱਚ ਨਹੀਂ ਹੋ ਜਾਂਦੇ। ਉਸ ਸ਼ੀਸ਼ੇ ਦੇ ਵਿੱਚ ਸਾਡਾ ਵਜੂਦ ਵਿਖਾਈ ਦਿੰਦਾ, ਪ੍ਰਤੀਬਿੰਬ ਅਕਸ਼ ਵਿਖਾਈ ਦਿੰਦਾ, ਪਰ ਅਸੀਂ ਫਿਰ ਵੀ ਉਸ ਸ਼ੀਸ਼ੇ ਤੋਂ ਵੱਖਰੀ ਹਸਤੀ ਹੁੰਦੇ ਹਾਂ। ਇਸੇ ਤਰ੍ਹਾਂ ਸਰਬ ਨਿਵਾਸੀ ਦੀ ਉਦਾਹਰਣ ਦਿੱਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ, ਪੋਹ ਪਮੱਧ ਜਿਉਂ ਬਾਸ ਬਸਤ ਹੈ। ਅਤੇ ਸਦਾ ਲੇਪਾਂ ਨੂੰ ਡਿਫਾਈਨ ਕਰਨ ਲਈ ਜਿਹੜੀ ਉਦਾਹਰਣ ਦਿੱਤੀ ਹੈ, ਐਕਸਪਲੇਨੇਸ਼ਨ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਦਿੱਤੀ ਹੈ ਮੁਕਰ ਮਾਹੇ ਜੈਸੇ ਛਾਈ। ਉੱਪਰਲੀ ਪੰਕਤੀ ਨੂੰ ਹੀ ਮਹਾਰਾਜ ਅਗਲੀ ਪੰਕਤੀ ਵਿੱਚ ਦੋ ਉਦਾਹਰਣਾਂ ਨਾਲ ਵਿਆਖਿਆ ਕਰ ਰਹੇ ਨੇ। ਸਤਿਗੁਰੂ ਆਖਦੇ ਹੋ ਇਵੇਂ ਨਿਰਲੇਪ ਹੈ ਸਭਨਾਂ ਤੋਂ, ਜਿਵੇਂ ਤੁਸੀਂ ਸ਼ੀਸ਼ੇ ਸਾਹਮਣੇ ਖਲੋਤੇ ਹੋ, ਤੁਹਾਡਾ ਅਕਸ਼ ਸ਼ੀਸ਼ੇ ਵਿੱਚ ਪੈਂਦਾ ਹੈ, ਪਰ ਤੁਸੀਂ ਸ਼ੀਸ਼ੇ ਦੇ ਨਾਲ ਅਟੈਚ ਨਹੀਂ ਹੋ, ਤੁਸੀਂ ਵੱਖਰੇ ਹੋ। ਉਹਦੇ ਵਿੱਚ ਤੁਹਾਡਾ ਪ੍ਰਤੀਬਿੰਬ ਹੁੰਦਿਆਂ ਹੋਇਆਂ ਵੀ ਤੁਸੀਂ ਸ਼ੀਸ਼ੇ ਦੇ ਪ੍ਰਭਾਵ ਤੋਂ ਮੁਕਤ ਹੋ। ਇਸੇ ਤਰ੍ਹਾਂ ਤੁਹਾਡੇ ਵਿੱਚ ਹੁੰਦਿਆਂ ਹੋਇਆਂ ਵੀ ਤੁਹਾਡੇ ਗੁਣਾਂ ਅਤੇ ਦੋਸ਼ਾਂ ਤੋਂ ਮੁਕਤ ਹੈ। ਸਾਹਿਬ ਸਤਿਗੁਰੂ ਆਖਦੇ ਨੇ ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਇਹ ਭਾਈ ਇਸੇ ਤਰ੍ਹਾਂ ਹੀ, ਤੈਸੇ ਹੀ ਭਾਵ ਇਸੇ ਤਰੀਕੇ ਨਾਲ ਹੀ ਨਿਰੰਤਰ, ਬਿਨਾਂ ਕਿਸੇ ਵਿੱਥ ਤੋਂ, ਬਿਨਾਂ ਕਿਸੇ ਗੈਪ ਤੋਂ। ਇਹ ਨਹੀਂ ਕਿਹਾ ਜਾ ਸਕਦਾ ਵੀ ਹਿੰਦੂ 'ਚ ਰੱਬ ਵੱਧ ਹੈ, ਮੁਸਲਮਾਨ 'ਚ ਘੱਟ ਹੈ, ਸਿੱਖ 'ਚ ਘੱਟ ਹੈ, ਬੋਧੀ 'ਚ ਜ਼ਿਆਦਾ ਹੈ, ਜੈਨੀ 'ਚ ਥੋੜ੍ਹਾ ਹੈ, ਸਿੱਖ 'ਚ ਵੱਧ ਹੈ। ਕਿਸੇ ਜ਼ਾਤ ਜਾਂ ਬਰਾਦਰੀ ਦਾ, ਰੂਪ ਜਾਂ ਰੰਗ ਦਾ, ਨਸਲ ਦਾ, ਮਜ਼ਹਬ ਦਾ, ਕਿਸੇ ਵੱਖਰੀ ਵੱਖਰੀ ਥਾਂ 'ਤੇ ਰਹਿਣ ਵਾਲੇ ਦਾ ਵੀ ਰੱਬ ਕਿਹਦੇ 'ਚ ਜ਼ਿਆਦਾ, ਕਿਹਦੇ 'ਚ ਥੋੜ੍ਹਾ, ਐਸਾ ਨਹੀਂ ਹੈ। ਨਿਰੰਤਰ ਦਾ ਭਾਵ ਹੈ ਬਿਨਾਂ ਵਿੱਥ ਤੋਂ। ਕੁੱਲ ਕਾਇਨਾਤ ਦੇ ਅੰਦਰ ਹੀ ਇਉਂ ਕਹਿ ਲਓ ਵੀ ਉਹਦਾ ਵਜੂਦ ਹੀ ਹੈ ਜਿਹੜਾ ਰੂਪ, ਰੰਗ ਅਤੇ ਆਕਾਰ ਉਸ ਵਿੱਚੋਂ ਸਿਰਜੇ ਜਾਂਦੇ ਨੇ, ਬਣਦੇ ਅਤੇ ਚੱਲਦੇ ਨੇ। ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਅਤੇ ਉਸ ਬਿਨਾਂ ਵਿੱਥ ਤੋਂ ਵਸੇ ਹੋਏ ਨੂੰ ਕਿੱਥੋਂ ਖੋਜਣਾ? ਘਟ ਦਾ ਭਾਵ ਹੈ ਹਿਰਦੇ ਵਿੱਚੋਂ, ਆਪਣੇ ਹਿਰਦੇ ਵਿੱਚੋਂ ਉਸ ਨੂੰ ਲੱਭਣਾ ਹੈ, ਖੋਜਣਾ ਹੈ, ਜਾਣਨਾ ਹੈ। ਸਤਿਗੁਰੂ ਜੀ ਆਖਦੇ ਨੇ ਬਾਹਰ ਭੀਤਰ ਏਕੋ ਜਾਨੋ। ਬਾਹਰ ਦਿਸਦੇ ਸੰਸਾਰ ਵਿੱਚ, ਦਿਸਦੇ ਪਸਾਰੇ ਵਿੱਚ ਜੋ ਤੁਹਾਨੂੰ ਲੱਗਦਾ ਵੀ ਤੁਹਾਡੇ ਤੋਂ ਵੱਖਰਾ ਹੈ, ਬਾਹਰ ਭੀਤਰ, ਭੀਤਰ ਦਾ ਮਤਲਬ ਹੈ ਤੁਹਾਡੇ ਆਪਣੇ ਆਪ ਵਿੱਚ ਏਕੋ ਜਾਨੋ। ਉਹ ਇੱਕੋ ਹੀ ਸੱਤਾ ਹੈ ਜਿਹੜੀ ਅੰਤਰ ਬਾਹਰ ਹਰ ਪ੍ਰਭ ਏਕੋ, ਮਿਲ ਹਰ ਜਨ ਮੰਗਲ ਗਾਏ। ਜਿਹੜੀ ਅੰਦਰ ਵੀ ਅਤੇ ਬਾਹਰ ਵੀ, ਤੁਹਾਡੇ ਆਪਣੇ ਆਪ ਵਿੱਚ ਅਤੇ ਬਾਹਰਲੀ ਦੁਨੀਆ ਵਿੱਚ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ।
ਗੁਰੂ ਨੇ ਗਿਆਨ ਦੀ ਇਹ ਬਾਤ, ਇਹ ਉਪਦੇਸ਼ ਬਤਾਇਆ, ਭਾਵ ਦ੍ਰਿੜ ਕਰਾ ਦਿੱਤਾ ਹੈ ਕਿ ਇਹ ਭਾਈ ਅੰਦਰ ਬਾਹਰ ਇੱਕੇ ਹੀ ਪਰਮੇਸ਼ਰ ਦੀ ਹਸਤੀ ਨੂੰ ਮਹਿਸੂਸ ਕਰੋ। ਜਨ ਨਾਨਕ ਬਿਨ ਆਪਾ ਚੀਨੈ। ਸਤਿਗੁਰੂ ਆਖਦੇ ਨੇ, ਦਾਸ ਨਾਨਕ ਆਖਦਾ ਹੈ, ਬਿਨ ਆਪਾ ਚੀਨੈ, ਬਿਨਾਂ ਆਪੇ ਨੂੰ ਪਛਾਣਨ ਤੋਂ, ਆਪਣੇ ਵਜੂਦ ਦੀ ਤਲਾਸ਼ ਕੀਤੇ ਤੋਂ, ਆਪਣੇ ਆਪ ਦੀ ਪੜਚੋਲ ਕੀਤੇ ਤੋਂ, ਆਪਣੇ ਆਪ ਨੂੰ ਜਾਣੇ ਤੋਂ, ਮਿਟੈ ਨਾ ਭਰਮ ਕੀ ਕਾਈ। ਜਿਹੜੇ ਸਾਡੇ ਜੀਵਨ ਵਿੱਚ ਇਹ ਭਰਮ ਹਨ ਕਿ ਮੈਂ ਕੁਝ ਹੋਰ ਹਾਂ ਤੇ ਬ੍ਰਹਮ ਸੱਚ, ਉਹ ਸਾਡਾ ਸਿਰਜਣਹਾਰ ਕੋਈ ਵੱਖਰੀ ਚੀਜ਼ ਹੈ, ਜਾਂ ਮੈਂ ਕੁਦਰਤ ਤੋਂ ਵੱਖਰਾ ਹਾਂ, ਕੁਦਰਤ ਮੈਥੋਂ ਵੱਖਰੀ ਹੈ, ਜਾਂ ਮੈਂ ਸਿਰਜਣਹਾਰ ਤੋਂ ਵੱਖਰਾ ਹਾਂ, ਸਿਰਜਣਹਾਰ ਮੈਥੋਂ ਵੱਖਰਾ ਹੈ। ਇਹ ਭਰਮ ਅਗਿਆਨਤਾ ਕਾਰਨ ਪੈਦਾ ਹੁੰਦਾ ਹੈ, ਅਤੇ ਅਗਿਆਨਤਾ ਹੰਕਾਰ 'ਚੋਂ ਜਨਮ ਲੈਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਇਹ ਅਗਿਆਨਤਾ, ਭਰਮ, ਭੁਲੇਖਾ, ਹੰਕਾਰ, ਇਹ ਚੀਜ਼ ਤਦੋਂ ਵਿਨਸੇਗੀ ਜਦੋਂ ਅਸੀਂ ਆਪਣੇ ਆਪ ਦੀ ਪੜਚੋਲ ਕਰਾਂਗੇ। ਹਜ਼ੂਰ ਆਖਦੇ, ਜਨ ਨਾਨਕ ਬਿਨ ਆਪਾ ਚੀਨੈ, ਆਪਣੇ ਆਤਮਿਕ ਜੀਵਨ ਨੂੰ ਪੜਤਾਲਣ ਤੋਂ ਬਿਨਾਂ ਮਿਟੈ ਨਾ ਭਰਮ ਕੀ ਕਾਈ। ਕਾਈ ਸ਼ਬਦ ਦਾ ਭਾਵ ਹੈ ਜਾੜਾ। ਜਿੱਥੇ ਪਾਣੀ ਇੱਕ ਜਗ੍ਹਾ 'ਤੇ ਖੜਾ ਰਵੇ, ਉੱਥੇ ਹਰੇ ਰੰਗ ਦਾ ਇੱਕ ਜਾੜਾ, ਇੱਕ ਪਰਤ ਪੈਦਾ ਹੋ ਜਾਂਦੀ ਹੈ। ਪਾਣੀ ਸਾਫ਼ ਹੋਵੇ ਤਾਂ ਤੁਸੀਂ ਉੱਪਰੋਂ ਹੀ ਪਾਣੀ ਦਾ ਤਲ ਵੇਖ ਸਕਦੇ ਹੋ, ਸਰੋਵਰ ਦਾ ਤਲ ਵੇਖ ਸਕਦੇ ਹੋ। ਜੇ ਉੱਤੇ ਪਾਣੀ ਦਾ ਜਾੜਾ ਜੰਮ ਜਾਏ ਤਾਂ ਤੁਸੀਂ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਲਾ ਸਕਦੇ। ਇੱਕ ਦੂਜਾ ਹੋਰ ਵੀ ਹੈ, ਕਈ ਵਾਰ ਕੱਚੇ ਸਰੋਵਰ ਹੋਣ ਤਾਂ ਉਹ ਥੱਲੇ ਜ਼ਮੀਨ ਦੇ ਉੱਤੇ ਹਰੇ ਰੰਗ ਦੀ ਕਾਈ ਜੰਮ ਕੇ ਇੱਕ ਪਰਤ ਬਣ ਜਾਂਦੀ ਹੈ, ਅਤੇ ਫਿਰ ਪਾਣੀ ਜ਼ਮੀਨ ਦੇ ਵਿੱਚ ਜੀਰਦਾ ਨਹੀਂ। ਇਸੇ ਤਰ੍ਹਾਂ ਜਦੋਂ ਭਰਮ ਦਾ ਜਾੜਾ ਅਗਿਆਨਤਾ ਦੇ ਕਾਰਨ ਸਾਡੇ ਹਿਰਦੇ ਦੇ ਵਿੱਚ, ਸੁਰਤ ਦੇ ਉੱਤੇ ਜੰਮ ਜਾਂਦਾ ਹੈ, ਤਾਂ ਗੁਰੂ ਦਾ ਉਪਦੇਸ਼ ਸਾਡੇ ਅੰਦਰ ਸਮਾਉਂਦਾ ਨਹੀਂ। ਜਦੋਂ ਅਸੀਂ ਆਪੇ ਨੂੰ ਵੀ, ਗੁਰੂ ਦਾ ਉਪਦੇਸ਼ ਤਾਂ ਹੀ ਜੀਵਨ 'ਤੇ ਅਸਰਅੰਦਾਜ਼ ਹੁੰਦਾ ਹੈ ਜਦੋਂ ਅਸੀਂ ਆਪਣੇ ਆਪ ਨੂੰ ਵੀ ਨਾਲ ਪੜਚੋਲੀਏ। ਆਪਣੇ ਆਪ ਨੂੰ ਪੜਚੋਲਣ ਦਾ ਮਤਲਬ ਆਪਣੇ ਅੰਦਰੋਂ ਭਰਮ ਦਾ ਜਾੜਾ ਵੀ ਖੁਰਚਣਾ ਹੈ, ਤਾਂ ਕਿ ਗੁਰੂ ਦਾ ਉਪਦੇਸ਼ ਸਾਡੀ ਸੁਰਤ ਵਿੱਚ ਨਿਰੰਤਰ ਵਾਸ ਰੱਖਦਾ ਰਹੇ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਗੁਰੂ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਤਦ ਵਸਾਇਆ ਜਾ ਸਕਦਾ ਹੈ ਜੇ ਅਸੀਂ ਨਾਲ ਨਾਲ ਆਪਣੇ ਆਪ ਉੱਤੇ ਵੀ ਯਤਨ ਕਰੀਏ, ਆਪਣੇ ਆਤਮਿਕ ਜੀਵਨ ਨੂੰ ਪੜਤਾਲਦੇ ਰਹੀਏ, ਅਤੇ ਬਿਨਾਂ ਆਪਣੇ ਆਪ ਨੂੰ ਪੜਤਾਲੇ ਤੋਂ ਭਰਮ ਦਾ ਜਾੜਾ ਨਹੀਂ ਲੱਥੇਗਾ। ਅਤੇ ਜਿਸ ਦਿਨ ਇਹ ਜਾੜਾ ਲਹਿ ਜਾਏਗਾ, ਉਸ ਦਿਨ ਸਮਝ ਆਏਗੀ ਬਾਹਰ ਭੀਤਰ ਏਕੋ ਜਾਨੋ। ਅਤੇ ਇਹ ਦਾਤ ਕਿੱਥੋਂ ਮਿਲੇਗੀ? ਇਹ ਗੁਰ ਗਿਆਨ ਬਤਾਈ। ਸਾਹਿਬ ਸਤਿਗੁਰੂ ਕਿਰਪਾ ਕਰਨ ਜੋ ਇਸ ਮੁਬਾਰਕ ਸ਼ਬਦ ਵਿੱਚ ਹਜ਼ੂਰ ਨੇ ਸਾਨੂੰ ਉੱਤਮ ਗਿਆਨ ਬਖਸ਼ਿਸ਼ ਕੀਤਾ ਹੈ, ਇਸ ਮੁਬਾਰਕ ਉਪਦੇਸ਼ ਨੂੰ ਅਸੀਂ ਆਪਣੇ ਜੀਵਨ ਵਿੱਚ ਕਮਾ ਸਕੀਏ। ਸਤਿਗੁਰੂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।